Religion Outlook. ਸ਼ਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਜੋ ਵੀ ਅਸੀਂ ਧਨ ਪਦਾਰਥ ਆਪਣੇ ਜੀਵਨ ਕਾਲ ਦੇ ਦੌਰਾਨ ਇਕੱਠੇ ਕਰਦੇ ਹਾਂ, ਕਮਾਉਂਦੇ ਹਾਂ, ਗੁਰੂ ਜੀ ਕਹਿੰਦੇ ਕਿ ਤੁਹਾਡੇ ਅੰਤ ਵੇਲੇ ਉਹ ਸਾਰੇ ਸਵਾਹ ਦੇ ਬਰਾਬਰ ਹਨ। ਉਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦਾ, ਨਾ ਹੀ ਉਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਮੌਤ ਤੋਂ ਬਚਾ ਸਕਦਾ ਹੈ। ਜਦੋਂ ਤੁਹਾਡੀ ਮੌਤ ਆ ਗਈ, ਉਸ ਵਕਤ ਜੇਕਰ ਤੁਹਾਨੂੰ ਕੋਈ ਸਥਿਰ ਰੱਖ ਸਕਦਾ ਹੈ ਤਾਂ ਉਹ ਪ੍ਰਮਾਤਮਾ ਦਾ ਭਜਨ ਹੈ, ਪ੍ਰਮਾਤਮਾ ਦੇ ਨਾਲ ਬਣਾਈ ਹੋਈ ਸਾਂਝ ਹੈ। ਇਸ ਲਈ ਜੇਕਰ ਧਨ ਕਮਾਉਣਾ ਹੈ ਤਾਂ ਪ੍ਰਮਾਤਮਾ ਦਾ ਨਾਮ ਰੂਪੀ ਧਨ ਕਮਾਓ, ਜਿਹੜਾ ਕਿ ਸਾਰੇ ਹੀ ਧਨ ਪਦਾਰਥਾਂ ਦੇ ਨਾਲੋਂ ਸ੍ਰੇਸ਼ਟ ਹੈ। ਪ੍ਰਮਾਤਮਾ ਦੇ ਨਾਲ ਤੁਹਾਡੀ ਸਾਂਝ ਕਾਇਮ ਹੋ ਗਈ, ਤੁਸੀਂ ਸਥਿਰਤਾ ਵਾਲੀ, ਅਡੋਲਤਾ ਵਾਲੀ ਸਥਿਤੀ ਨੂੰ ਹਾਸਲ ਕਰ ਲੈਂਦੇ ਹੋ। ਜਦੋਂ ਤੁਹਾਡਾ ਅੰਤ ਵੇਲਾ ਆਉਂਦਾ ਹੈ, ਤੁਸੀਂ ਘਬਰਾਉਂਦੇ ਨਹੀਂ। ਤੇ ਸਿਰਫ ਤੁਹਾਡੇ ਅੰਤ ਵੇਲੇ ਦੀ ਗੱਲ ਨਹੀਂ, ਤੁਹਾਡੇ ਪਰਿਵਾਰ ਦੇ ਵਿੱਚ ਕਿਸੇ 'ਤੇ ਵੀ ਇਹ ਵੇਲਾ ਆਉਂਦਾ ਹੈ ਤਾਂ ਤੁਸੀਂ ਡੋਲਦੇ ਨਹੀਂ, ਤੁਸੀਂ ਘਬਰਾਉਂਦੇ ਨਹੀਂ। ਤੁਹਾਡੇ ਮਨ ਦੇ ਵਿੱਚ ਇਹ ਗੱਲ ਪਰਪੱਕ ਤੌਰ 'ਤੇ ਵਸੀ ਹੋਈ ਹੁੰਦੀ ਹੈ ਕਿ ਪ੍ਰਮਾਤਮਾ ਦੀ ਰਜ਼ਾ ਹੈ ਇਸ ਇਨਸਾਨ ਨੂੰ ਲੈ ਜਾਣਾ, ਪ੍ਰਮਾਤਮਾ ਦਾ ਹੁਕਮ ਹੈ ਇਸ ਇਨਸਾਨ ਦੇ ਜੀਵਨ ਕਾਲ ਨੂੰ ਖਤਮ ਕਰਨਾ, ਤੇ ਸਾਨੂੰ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਣਾ ਪੈਣਾ, ਉਹਦੇ ਹੁਕਮ ਨੂੰ ਮੰਨਣਾ ਪੈਣਾ। ਸਾਡੇ ਕੋਲ ਹੋਰ ਕੋਈ ਰਾਹ ਰਸਤਾ ਹੈ ਨਹੀਂ। ਇਹ ਗੱਲ ਸਾਡੇ ਮਨ ਦੇ ਵਿੱਚ ਘਰ ਕਰ ਜਾਂਦੀ ਹੈ, ਤੇ ਜਦੋਂ ਘਰ ਕਰ ਗਈ ਤਾਂ ਭਾਵੇਂ ਆਪਣਾ ਅੰਤ ਵੇਲਾ ਹੋਵੇ, ਭਾਵੇਂ ਆਪਣੇ ਕਿਸੇ ਸਾਕ ਸੰਬੰਧੀ ਦਾ ਹੋਵੇ, ਅਸੀਂ ਘਬਰਾਉਂਦੇ ਨਹੀਂ। ਸਿੱਖ ਇਤਿਹਾਸ ਬਹੁਤ ਸਾਰੀਆਂ ਕੁਰਬਾਨੀਆਂ ਦੇ ਨਾਲ ਭਰਪੂਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਪਰਿਵਾਰ ਵਾਰ ਛੱਡਿਆ, ਖੁਦ ਵੀ ਜ਼ਖਮੀ ਹਾਲਤ ਦੇ ਵਿੱਚ ਜੰਗਲ ਦੇ ਵਿੱਚ ਪਏ ਹੁੰਦੇ ਹਨ, ਪਰ ਡੋਲਦੇ ਨਹੀਂ। ਘਬਰਾਹਟ ਦਾ ਜ਼ਰਾ ਜਿੰਨਾ ਵੀ ਚਿੰਨ੍ਹ ਉਹਨਾਂ ਦੇ ਮਨ ਦੇ ਵਿੱਚ ਨਹੀਂ। ਕਿਉਂਕਿ ਉਹਨਾਂ ਦੀ ਸਾਂਝ ਉਸ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਸੀ। ਕਿਉਂਕਿ ਜੋ ਕੁਝ ਵੀ ਵਰਤ ਰਿਹਾ ਸੀ, ਉਹਨਾਂ ਨੂੰ ਉਸ ਪ੍ਰਮਾਤਮਾ ਦਾ ਭਾਣਾ ਲੱਗ ਰਿਹਾ ਸੀ, ਉਸ ਪ੍ਰਮਾਤਮਾ ਦੀ ਰਜ਼ਾ ਲੱਗ ਰਹੀ ਸੀ, ਉਹਦਾ ਹੁਕਮ ਲੱਗ ਰਿਹਾ ਸੀ। ਆਪਣੇ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਸਿੱਖਾਂ ਦੇ ਨਾਲ ਹੋ ਰਹੇ ਸਾਰੇ ਹੀ ਵਰਤਾਰੇ ਉਹਨਾਂ ਨੂੰ ਪ੍ਰਮਾਤਮਾ ਦੀ ਰਜ਼ਾ ਲੱਗਦੇ ਸਨ। ਕਿਸੇ ਵੀ ਵਰਤਾਰੇ ਤੋਂ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ। ਤੇ ਇਹੀ ਕਾਰਨ ਸੀ ਕਿ ਇੰਨਾ ਸਭ ਕੁਝ ਹੰਢਾ ਲੈਣ ਦੇ ਬਾਵਜੂਦ ਵੀ ਉਹ ਅਡੋਲ ਸਨ, ਸਥਿਰ ਸਨ। ਇਹ ਸਥਿਰਤਾ ਸਾਨੂੰ ਸਾਡੇ ਵੱਲੋਂ ਕਮਾਏ ਹੋਏ ਧਨ ਪਦਾਰਥਾਂ ਦੇ ਵਿੱਚੋਂ ਨਹੀਂ ਆਉਣੀ, ਪ੍ਰਮਾਤਮਾ ਦੇ ਨਾਮ ਧਨ 'ਚੋਂ ਆਉਣੀ ਹੈ। ਠੀਕ ਹੈ, ਅਸੀਂ ਜੀਵਨ ਬਿਤਾਉਣਾ ਹੈ, ਜੀਵਨ ਬਿਤਾਉਣ ਦੇ ਲਈ ਸਾਨੂੰ ਬਹੁਤ ਸਾਰੇ ਪਦਾਰਥ ਵੀ ਚਾਹੀਦੇ ਨੇ, ਲੋੜੀਂਦੇ ਨੇ। ਦੁਨਿਆਵੀ ਪਦਾਰਥ ਵੀ ਲੋੜੀਂਦੇ ਨੇ, ਉਹ ਹੋਣੇ ਵੀ ਚਾਹੀਦੇ ਨੇ, ਕਮਾਉਣੇ ਵੀ ਚਾਹੀਦੇ ਨੇ, ਪਰ ਸਿਰਫ ਉਹਨਾਂ ਦੇ ਵੱਲ ਹੀ ਆਪਣਾ ਧਿਆਨ ਕਰ ਲੈਣਾ ਸਾਡੇ ਲਈ ਫਾਇਦੇਮੰਦ ਨਹੀਂ। ਜਿੰਨਾ ਸਮਾਂ, ਜਿੰਨਾ ਧਿਆਨ ਅਸੀਂ ਦੁਨਿਆਵੀ ਪਦਾਰਥਾਂ ਨੂੰ ਦਿੰਦੇ ਹਾਂ, ਨਾ ਵਾਲਾ ਤੇ ਉਹਦੇ ਨਾਲੋਂ ਦੁੱਗਣਾ ਧਿਆਨ ਸਾਨੂੰ ਪ੍ਰਮਾਤਮਾ ਦੇ ਨਾਲ ਆਪਣੀ ਸਾਂਝ ਕਾਇਮ ਕਰਨ ਵੱਲ ਵੀ ਦੇਣਾ ਚਾਹੀਦਾ ਹੈ, ਤਾਂ ਕਿ ਜਦ ਅੰਤ ਵੇਲਾ ਆਏ ਤਾਂ ਅਸੀਂ ਖੁਸ਼ੀ-ਖੁਸ਼ੀ ਖਿੜੇ ਮੱਥੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੇ ਚੱਲਦੇ ਲੱਗੀਏ। ਕੋਈ ਘਬਰਾਹਟ ਨਾ ਕਰੀਏ, ਕੋਈ ਦੁੱਖ ਨਾ ਮਨਾਈਏ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਸੰਤਾਂ ਦੇ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ, ਇੱਕ ਪ੍ਰਭੂ ਨੂੰ ਸਿਮਰੋ, ਉਸੇ ਪ੍ਰਭੂ ਦੇ ਨਾਮ ਦਾ ਆਸਰਾ ਲਵੋ। ਅਵਰ ਉਪਾਵ ਸਭ ਮੀਤ ਵਿਸਾਰੋ, ਹੇ ਮੇਰੇ ਮਿੱਤਰ ਹੋਰ ਸਾਰੇ ਹੀਲੇ ਛੱਡ ਦਿਓ, ਹੋਰ ਸਾਰੇ ਉਪਾਅ ਛੱਡ ਦਿਓ। ਚਰਨ ਕਮਲ ਰਿਦ ਮਹਿ ਉਰ ਧਾਰੋ, ਕਮਲ ਦੇ ਫੁੱਲਾਂ ਵਰਗੇ ਸੋਹਣੇ ਚਰਨ ਪ੍ਰਮਾਤਮਾ ਦਿਆਂ ਨੂੰ ਆਪਣੇ ਹਿਰਦੇ ਵਿੱਚ ਟਿਕਾਓ। ਕਰਨ ਕਾਰਨ ਸੋ ਪ੍ਰਭ ਸਮਰੱਥ, ਉਹ ਪ੍ਰਮਾਤਮਾ ਸਭ ਕੁਝ ਕਰਨ ਦੇ ਅਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੇ ਸਮਰੱਥ ਹੈ। ਦ੍ਰਿੜ ਕਰ ਗਹੋ
ਨਾਮ ਹਰ ਵਤ, ਵਤ ਤੋਂ ਭਾਵ ਪਦਾਰਥ। ਇਸ ਲਈ ਪ੍ਰਮਾਤਮਾ ਦੇ ਨਾਮ ਧਨ ਰੂਪੀ ਪਦਾਰਥ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰ ਲਵੋ, ਪੱਕਿਆਂ ਕਰ ਲਵੋ। ਇਹ ਧਨ ਸੰਚੋ ਹੋਵੋ ਭਗਵੰਤ। ਪ੍ਰਮਾਤਮਾ ਦੇ ਨਾਮ ਧਨ ਰੂਪੀ ਧਨ, ਇਹ ਧਨ ਆਪਣੇ ਹਿਰਦੇ ਦੇ ਵਿੱਚ ਇਕੱਠਾ ਕਰੋ ਤੇ ਭਾਗਾਂ ਵਾਲੇ ਹੋ ਜਾਓ। ਸੰਤ ਜਨਾਂ ਕਾ ਨਿਰਮਲ ਮੰਤ, ਸੰਤ ਜਨਾਂ ਦਾ, ਉਸ ਪ੍ਰਮਾਤਮਾ ਦੇ ਸੇਵਕਾਂ ਦਾ ਇਹੀ ਪਵਿੱਤਰ ਉਪਦੇਸ਼ ਹੈ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਆਪਣੇ ਮਨ ਦੇ ਵਿੱਚ ਸਿਰਫ ਇੱਕ ਪ੍ਰਭੂ ਦੇ ਉੱਪਰ ਆਸ ਰੱਖੋ। ਹੇ ਨਾਨਕ, ਇਸ ਤਰ੍ਹਾਂ ਸਾਡੇ ਸਾਰੇ ਹੀ ਰੋਗ ਮਿਟ ਜਾਣਗੇ। ਕਿਸੇ ਵੀ ਮੁਸੀਬਤ ਦੇ ਵਿੱਚ ਅਸੀਂ ਹੋਵਾਂਗੇ, ਕਿਸੇ ਵੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਹੋਵਾਂਗੇ, ਜੇਕਰ ਸਾਡੀ ਆਸ ਉਸ ਪ੍ਰਮਾਤਮਾ ਤੇ ਹੋਵੇਗੀ ਤਾਂ ਮਨ ਦੇ ਵਿੱਚ ਇੱਕ ਆਸ ਹੋਵੇਗੀ, ਮਨ ਦੇ ਵਿੱਚ ਇੱਕ ਦ੍ਰਿੜਤਾ ਹੋਏਗੀ ਕਿ ਅਸੀਂ ਇਸ ਮੁਸ਼ਕਿਲ ਦੇ ਵਿੱਚੋਂ, ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚੋਂ ਜ਼ਰੂਰ ਨਿਕਲ ਜਾਵਾਂਗੇ। ਤੇ ਉਹ ਦ੍ਰਿੜਤਾ ਹੀ ਸਾਨੂੰ ਉਸ ਮੁਸੀਬਤ ਜਾਂ ਉਸ ਦੁੱਖ ਦੀ ਘੜੀ ਦੇ ਨਾਲ ਲੜਨ ਦੀ ਤਾਕਤ ਬਖਸ਼ਦੀ ਹੈ। ਜਿਸ ਧਨ ਕੋ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਹੜੇ ਧਨ ਦੀ ਖਾਤਰ ਤੂੰ ਚੌਹੀਂ ਪਾਸੀਂ ਉੱਠ ਦੌੜਦਾ ਹੈ, ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਪਾ ਲਏਗਾ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਹੇ ਮੇਰੇ ਮਿੱਤਰ, ਜਿਸ ਸੁੱਖ ਨੂੰ ਤੂੰ ਹਰ ਰੋਜ਼ ਤਾਂਘਦਾ ਹੈ, ਹਰ ਰੋਜ਼ ਇੱਛਾ ਕਰਦਾ ਹੈ ਕਿ ਮੈਨੂੰ ਇਹ ਸੁੱਖ ਮਿਲ ਜਾਏ, ਮੈਨੂੰ ਸ਼ਾਂਤੀ ਮਿਲ ਜਾਏ, ਉਹ ਸ਼ਾਂਤੀ, ਉਹ ਸੁੱਖ ਤੈਨੂੰ ਸਾਧ ਸੰਗਤ ਦੇ ਨਾਲ ਪਿਆਰ ਕੀਤਿਆਂ ਹਾਸਲ ਹੋ ਜਾਏਗੀ। ਜਿਸ ਸ਼ੋਭਾ ਕੋ ਕਰੇ ਭਲੀ ਕਰਨੀ, ਤੂੰ ਭਲੇ ਕਾਰਜ ਕਰਦਾ ਹੈ, ਭਲੇ ਕਾਰਜ ਕਰਦਾ ਹੈ ਕਿ ਤੈਨੂੰ ਸ਼ੋਭਾ ਮਿਲ ਜਾਏ। ਜਿਸ ਸ਼ੋਭਾ ਕੋ ਕਰੇ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਨ। ਉਹ ਸ਼ੋਭਾ ਖੱਟਣ ਲਈ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪਾਓ, ਤੁਹਾਨੂੰ ਉਹ ਸ਼ੋਭਾ ਵੀ ਮਿਲ ਜਾਏਗੀ। ਅਨੇਕ ਉਪਾਵੀ ਰੋਗ ਨਾ ਜਾਏ। ਸਾਡੇ ਮਨਾਂ ਨੂੰ ਜੋ ਹਉਮੈ ਦਾ ਰੋਗ ਲੱਗਿਆ ਹੋਇਆ ਹੈ, ਉਹ ਅਨੇਕਾਂ ਉਪਾਅ ਕੀਤਿਆਂ ਵੀ ਨਹੀਂ ਜਾਂਦਾ। ਰੋਗ ਮਿਟੈ ਹਰ ਅਵਖਦ ਲਾਏ। ਹਉਮੈ ਦਾ ਇਹ ਰੋਗ ਪ੍ਰਮਾਤਮਾ ਦੇ ਨਾਮ ਰੂਪੀ ਦਵਾਈ ਲਾਇਆ ਹੀ ਜਾਂਦਾ ਹੈ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ। ਦੁਨੀਆ ਦੇ ਸਾਰੇ ਹੀ ਖਜ਼ਾਨਿਆਂ ਤੋਂ ਉੱਤਮ ਪ੍ਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਹੈ। ਜਪ ਨਾਨਕ ਦਰਗਾਹ ਪ੍ਰਵਾਨ। ਹੇ ਨਾਨਕ, ਇਹ ਨਾਮ ਜਪ, ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਪ੍ਰਵਾਨ ਹੋਏਗਾ। ਮਨ ਪ੍ਰਬੋਧੋ ਹਰ ਕੈ ਨਾਏ, ਦੈ ਦਿਸ਼ ਧਾਵਤ ਆਵੈ ਠਾਏ। ਜੇਕਰ ਅਸੀਂ ਆਪਣੇ ਮਨ ਨੂੰ ਪ੍ਰਮਾਤਮਾ ਦੇ ਨਾਮ ਨਾਲ ਲਗਾ ਲਈਏ, ਆਪਣਾ ਲਗਾਓ, ਆਪਣਾ ਪਿਆਰ ਪ੍ਰਮਾਤਮਾ ਦੇ ਨਾਮ ਨਾਲ ਬਣਾ ਲਈਏ, ਤਾਂ ਦਸਾਂ ਦਿਸ਼ਾਵਾਂ ਦੇ ਵੱਲ ਦੌੜਦਾ ਹੋਇਆ ਸਾਡਾ ਮਨ ਟਿਕਾਣੇ ਆ ਜਾਂਦਾ ਹੈ, ਟਿਕ ਜਾਂਦਾ ਹੈ। ਤਾਕੋ ਬਿਘਨ ਨਾ ਲਾਗੈ ਕੋਏ, ਜਾਕੈ ਹਿਰਦੈ ਬਸੈ ਹਰ ਸੋਏ। ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਵਸ ਜਾਂਦਾ ਹੈ, ਉਹਨੂੰ ਜੀਵਨ ਦੇ ਵਿੱਚ ਕਦੇ ਵੀ ਕੋਈ ਵਿਘਨ ਨਹੀਂ ਲੱਗਦਾ, ਕਦੇ ਵੀ ਕੋਈ ਔਕੜ ਨਹੀਂ ਆਉਂਦੀ। ਕਲ ਤਾਤੀ ਠਾਂਡਾ ਹਰਨਾਓ। ਕਲ ਤੋਂ ਭਾਵ ਕਲਯੁਗ। ਕਲਯੁਗ ਬੜਾ ਹੀ ਤੱਤਾ ਸਮਾਂ ਹੈ। ਇਹਦੇ ਵਿੱਚ ਵਿਕਾਰਾਂ ਦੀ ਅੱਗ ਹੈ ਜੋ ਸਾਡੀਆਂ ਜਿੰਦਾਂ ਨੂੰ ਸਾੜ ਰਹੀ ਹੈ। ਅਜਿਹੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਠੰਡਾ ਹੈ, ਸਾਨੂੰ ਠੰਡ ਵਰਤਾਉਂਦਾ ਹੈ। ਸਿਮਰ ਸਿਮਰ ਸਦਾ ਸੁਖ ਪਾਓ। ਇਸ ਲਈ ਸਦਾ ਹੀ ਪ੍ਰਮਾਤਮਾ ਦੇ ਨਾਮ ਨੂੰ ਸਿਮਰੋ ਤੇ ਸੁੱਖ ਹਾਸਲ ਕਰੋ। ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ। ਤਾਂ ਸਾਡੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ, ਸਾਡੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ। ਅਸੀਂ ਕੋਈ ਫਾਲਤੂ ਦੀਆਂ ਦੁਨਿਆਵੀ ਆਸ਼ਾਵਾਂ ਬੰਨ੍ਹਦੇ ਹੀ ਨਹੀਂ ਜਿਨ੍ਹਾਂ ਦੇ ਟੁੱਟਣ ਦਾ ਕੋਈ ਡਰ ਹੋਵੇ। ਜਦੋਂ ਅਸੀਂ ਪ੍ਰਭੂ ਦੀ ਭਗਤੀ ਨਾਲ ਪਿਆਰ ਕਰਦੇ ਹਾਂ ਤਾਂ ਸਾਡੀ ਆਤਮਾ ਚਮਕ ਪੈਂਦੀ ਹੈ, ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ। ਤਿਤ ਘਰ ਜਾਏ ਬਸੈ ਅਬਿਨਾਸ਼ੀ।
ਉਸ ਹਿਰਦੇ ਘਰ ਦੇ ਵਿੱਚ ਜਿੱਥੇ ਆਤਮਾ ਚਮਕ ਪਈ ਅਵਿਨਾਸ਼ੀ ਪਰਮਾਤਮਾ ਵਸ ਪੈਂਦਾ ਹੈ। ਕਹੋ ਨਾਨਕ ਕਾਟੀ ਜਮ ਫਾਸੀ, ਹੈ ਨਾਨਕ ਇਹ ਆਖ ਕਿ ਪਰਮਾਤਮਾ ਦਾ ਨਾਮ ਜਪਿਆਂ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ। ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਜੋ ਮਨੁੱਖ ਤਤ ਦੀ ਵਿਚਾਰ ਕਰੇ, ਅਸਲੀਅਤ ਦੀ ਵਿਚਾਰ ਕਰੇ। ਅਸਲੀਅਤ ਕੀ ਹੈ ਕਿ ਉਸ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਹੈ, ਇਸ ਸ੍ਰਿਸ਼ਟੀ ਦੇ ਸਾਰੇ ਜੀਵ ਬਣਾਏ ਨੇ, ਸਾਰੇ ਹੀ ਜੀਵ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦੇ ਨੇ। ਜਿਸ ਕਿਸੇ ਨੂੰ ਜਿੰਨੀ ਵੀ ਅਕਲ ਮਿਲੀ ਹੈ, ਜਿੰਨੀ ਵੀ ਸਮਝ ਮਿਲੀ ਹੈ, ਉਸ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਮਿਲੀ ਹੈ। ਇਹ ਅਸਲੀਅਤ ਹੈ ਇਸ ਜੀਵਨ ਦੀ। ਜਿਸ ਮਨੁੱਖ ਨੇ ਇਸ ਅਸਲੀਅਤ ਨੂੰ ਸਮਝ ਲਿਆ, ਗੁਰੂ ਜੀ ਕਹਿੰਦੇ ਉਹ ਜਨ ਸਾਚਾ ਹੈ, ਉਹ ਸੱਚਾ ਮਨੁੱਖ ਹੈ। ਤੇ ਜੋ ਸਿਰਫ ਜਨਮਿਆ ਤੇ ਮਰ ਗਿਆ, ਜਨਮ ਮਰੈ ਸੋ ਕਾਚੋ ਕਾਚਾ, ਸਾਰੀ ਉਮਰ ਪ੍ਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਮਨੁੱਖ ਨਿਰੋਲ ਕੱਚਾ ਹੈ। ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ। ਆਪਣਾ ਆਪਾ ਭਾਵ ਤਿਆਗ ਕੇ ਗੁਰੂ ਦੀ ਸ਼ਰਨ ਦੇ ਵਿੱਚ ਜੋ ਮਨੁੱਖ ਪੈ ਜਾਂਦਾ ਹੈ ਤੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਉਹਦਾ ਕੀਮਤੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਇਸ ਲਈ ਹੈ ਭਾਈ, ਉਸ ਪ੍ਰਮਾਤਮਾ ਨੂੰ ਸਿਮਰ ਜੋ ਸਾਡੇ ਪ੍ਰਾਣਾਂ ਦਾ ਆਧਾਰ ਹੈ, ਜੋ ਸਾਡੀ ਜਿੰਦ ਦਾ ਆਸਰਾ ਹੈ। ਅਨੇਕ ਉਪਾਵ ਨਾ ਛੂਟਨ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ। ਜੇਕਰ ਕੋਈ ਮਨੁੱਖ ਸਮਿਰਤੀਆਂ ਸ਼ਾਸਤਰਾਂ ਵੇਦਾਂ ਆਦਿ ਨੂੰ ਵਿਚਾਰ ਕਰੇ, ਉਹਨਾਂ ਦੇ ਵਿੱਚ ਜੋ ਲਿਖਿਆ ਹੈ ਉਹਨੂੰ ਪੜ੍ਹੇ ਤੇ ਉਹਦੇ ਤੇ ਆਪਣੀ ਅਕਲ ਲਾ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰੇ, ਇਹਦੇ 'ਚੋਂ ਹਾਸਲ ਕੁਝ ਨਹੀਂ ਹੋਣਾ। ਉਹਦਾ ਜਨਮ ਮਰਨ ਦਾ ਗੇੜ ਕੱਟਿਆ ਨਹੀਂ ਜਾਣਾ। ਜੋ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਖੁਸ਼ੀ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਦੁੱਖ ਮਹਿਸੂਸ ਕਰਦਾ ਹੈ, ਇਹ ਚੱਕਰ ਉਹਦਾ ਮੁੱਕਣਾ ਨਹੀਂ। ਸਥਿਰਤਾ ਨੂੰ ਉਹ ਹਾਸਲ ਨਹੀਂ ਕਰ ਪਾਏਗਾ। ਜੇਕਰ ਇਹਨਾਂ ਸ਼ਾਸਤਰਾਂ ਦੇ ਵਿੱਚ ਜੋ ਲਿਖਿਆ ਹੈ ਉਹਨੂੰ ਸਮਝ ਲਿਆ ਤੇ ਆਪਣੇ ਮਨ ਦੇ ਵਿੱਚ ਵਸਾ ਲਿਆ, ਅਸਲੀਅਤ ਨੂੰ ਜਾਣ ਲਿਆ, ਤਾਂ ਉਹਦਾ ਜਨਮ ਮਰਨ ਦਾ ਗੇੜ ਵੀ ਕੱਟਿਆ ਜਾਏਗਾ, ਸਥਿਰਤਾ ਉਹਨੂੰ ਹਾਸਲ ਵੀ ਹੋ ਜਾਏਗੀ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਮਨ ਲਾ ਕੇ ਕੇਵਲ ਉਸ ਪ੍ਰਭੂ ਦੀ ਭਗਤੀ ਕਰੋ। ਜੋ ਭਗਤੀ ਕਰਦਾ ਹੈ, ਹੇ ਨਾਨਕ, ਉਸ ਨੂੰ ਮਨ ਇੱਛਤ ਫਲ ਮਿਲ ਜਾਂਦੇ ਹਨ। ਪ੍ਰਮਾਤਮਾ ਦੀ ਭਗਤੀ ਕੀਤਿਆਂ, ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕੀਤਿਆਂ, ਮਨ ਦੀਆਂ ਇੱਛਾਵਾਂ ਹੀ ਖਤਮ ਹੋ ਜਾਂਦੀਆਂ ਨੇ। ਜੀਵਨ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਸਭ ਚੰਗਾ ਹੀ ਚੰਗਾ ਲੱਗਦਾ ਹੈ। ਕੋਈ ਵੀ ਇੱਛਾ ਅਧੂਰੀ ਜਾਪਦੀ ਹੀ ਨਹੀਂ, ਕਿਉਂਕਿ ਸਭ ਕੁਝ ਪ੍ਰਮਾਤਮਾ ਦੀ ਰਜ਼ਾ ਲੱਗਦਾ ਹੈ। ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਇਹ ਧਨ ਪਦਾਰਥ ਤੇਰੇ ਨਾਲ ਨਹੀਂ ਜਾਣੇ, ਹੇ ਮੂਰਖ ਮਨ, ਤੂੰ ਕਿਉਂ ਇਹਨਾਂ ਨੂੰ ਲਿਪਟਿਆ ਬੈਠਾ ਹੈ, ਤੂੰ ਕਿਉਂ ਇਹਨਾਂ ਨੂੰ ਚੱਫੀਆਂ ਪਾਉਂਦਾ ਹੈ। ਸੁੱਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ। ਪੁੱਤਰ ਮਿੱਤਰ ਪਰਿਵਾਰ ਤੇ ਇਸਤਰੀ, ਮੈਨੂੰ ਇਹ ਦੱਸੋ ਇਹਨਾਂ ਦੇ ਵਿੱਚੋਂ ਕੌਣ ਤੁਹਾਡਾ ਸਦਾ ਲਈ ਸਾਥ ਦੇ ਸਕਦਾ ਹੈ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਮਾਇਆ ਦੇ ਅਡੰਬਰ, ਰਾਜ ਤੇ ਰੰਗ ਰਲੀਆਂ ਜੋ ਤੂੰ ਮਾਣਦਾ ਹੈ, ਮੈਨੂੰ ਇਹ ਦੱਸ ਇਹਨਾਂ ਦੇ ਵਿੱਚੋਂ ਕਿਹੜੀ ਐਸੀ ਸ਼ੈ ਹੈ ਜੋ ਤੈਨੂੰ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਿਵਾ ਸਕੇ। ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਸਾਰੀ। ਘੋੜੇ ਹਾਥੀ ਤੇ ਰਥਾਂ ਦੀ ਸਵਾਰੀ ਕਰਨੀ, ਇਹ ਸਭ ਕੁਝ ਝੂਠਾ ਦਿਖਾਵਾ ਹੈ, ਅਡੰਬਰ ਹੈ, ਨਾਸਵੰਤ ਹੈ। ਤੇ ਇਸ ਅਡੰਬਰ ਨੂੰ ਰਚਾਉਣ ਵਾਲਾ, ਪਸਾਰੀ ਤੋਂ ਭਾਵ ਇਸ ਅਡੰਬਰ ਨੂੰ
ਰਚਾਉਣ ਵਾਲਾ ਵੀ ਝੂਠਾ ਹੈ, ਭਾਵ ਬਿਨਸਨਹਾਰ ਹੈ, ਇੱਕ ਦਿਨ ਖਤਮ ਹੋਣ ਵਾਲਾ ਹੈ। ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ, ਬਿਗਾਨਾ ਤੋਂ ਭਾਵ ਬੇਗਿਆਨਾ, ਯਾਨੀ ਕਿ ਜਿਹਨੂੰ ਗਿਆਨ ਨਾ ਹੋਵੇ, ਮੂਰਖ। ਇਹ ਮੂਰਖ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਬੁੱਝਦਾ, ਉਹਨੂੰ ਨਹੀਂ ਪਛਾਣਦਾ ਜਿਸ ਨੇ ਇਸ ਨੂੰ ਇਹ ਸਾਰੇ ਪਦਾਰਥ ਦਿੱਤੇ ਨੇ। ਨਾਮ ਵਿਸਾਰ ਨਾਨਕ ਪਛਤਾਨਾ, ਹੇ ਨਾਨਕ, ਇਸੇ ਲਈ ਹੀ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਇਹ ਮਨੁੱਖ ਪਛਤਾਉਂਦਾ ਹੈ। ਅੰਤ ਵੇਲੇ ਇਹਨੂੰ ਪਛਤਾਵਾ ਹੀ ਹੁੰਦਾ ਹੈ ਕਿ ਜਿਸ ਪਰਮਾਤਮਾ ਨੇ ਮੈਨੂੰ ਸਭ ਕੁਝ ਬਖਸ਼ਿਆ, ਉਹਨੂੰ ਮੈਂ ਪਛਾਣਿਆ ਹੀ ਨਹੀਂ, ਉਹਦਾ ਨਾਮ ਮੈਂ ਕਦੇ ਸਿਮਰਿਆ ਹੀ ਨਹੀਂ, ਸਿਰਫ ਧਨ ਪਦਾਰਥ ਇਕੱਠੇ ਕਰਨ ਦੇ ਵਿੱਚ ਹੀ ਲੱਗਿਆ ਰਿਹਾ, ਤੇ ਇਹ ਧਨ ਪਦਾਰਥ ਹੁਣ ਮੇਰੇ ਕੰਮ ਵੀ ਨਹੀਂ ਆ ਰਹੇ। ਇਹ ਮੈਨੂੰ ਮਨ ਦੀ ਸ਼ਾਂਤੀ ਵੀ ਪ੍ਰਦਾਨ ਨਹੀਂ ਕਰ ਪਾਉਂਦੇ। ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹੇ ਅਣਜਾਣ, ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੀ ਭਗਤੀ ਕਰ, ਕਿਉਂਕਿ ਭਗਤੀ ਤੋਂ ਬਿਨਾਂ ਸਿਆਣੇ ਤੋਂ ਸਿਆਣੇ ਮਨੁੱਖ ਵੀ ਵਿਕਾਰਾਂ ਦੇ ਵਿੱਚ ਡੁੱਬ ਜਾਂਦੇ ਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਹੇ ਮੇਰੇ ਮਿੱਤਰ ਮਨ, ਪਰਮਾਤਮਾ ਦੀ ਭਗਤੀ ਕਰ, ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋ ਜਾਏਗੀ, ਤੇਰਾ ਚਿੱਤ, ਤੇਰਾ ਮਨ ਪਵਿੱਤਰ ਹੋ ਜਾਏਗਾ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਕਮਲ ਦੇ ਫੁੱਲਾਂ ਵਰਗੇ ਸੋਹਣੇ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ, ਇਸ ਪ੍ਰਕਾਰ ਤੇਰੇ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਤੂੰ ਆਪ ਵੀ ਪ੍ਰਮਾਤਮਾ ਦਾ ਨਾਮ ਜਪ ਤੇ ਹੋਰਨਾਂ ਨੂੰ ਵੀ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਪ੍ਰੇਰ। ਪ੍ਰਮਾਤਮਾ ਦਾ ਪਵਿੱਤਰ ਨਾਮ ਸੁਣਦਿਆਂ, ਉਚਾਰਦਿਆਂ ਤੇ ਪਵਿੱਤਰ ਰਹਿਣੀ ਰਹਿੰਦਿਆਂ ਉੱਚੀ ਆਤਮਿਕ ਅਵਸਥਾ ਹਾਸਲ ਹੋ ਜਾਂਦੀ ਹੈ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ। ਪ੍ਰਭੂ ਦਾ ਨਾਮ ਹੀ ਸਾਰੇ ਪਦਾਰਥਾਂ ਤੋਂ ਉੱਤਮ ਪਦਾਰਥ ਹੈ। ਇਸ ਲਈ ਹੈ ਨਾਨਕ, ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣ ਗਾ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਜਦੋਂ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਤੇਰੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਤੇਰੇ ਅੰਦਰ ਜੋ ਹਉਮੈ ਰੂਪ ਜ਼ਹਿਰ ਫੈਲਿਆ ਹੋਇਆ ਹੈ ਉਹ ਵੀ ਖਤਮ ਹੋ ਜਾਂਦਾ ਹੈ। ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਆਪਣੇ ਹਰ ਸਾਹ ਦੇ ਨਾਲ ਤੇ ਆਪਣੀ ਹਰ ਗਰਾਈ ਦੇ ਨਾਲ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ। ਇਸ ਪ੍ਰਕਾਰ ਤੂੰ ਬੇਫਿਕਰ ਹੋ ਜਾਏਗਾ, ਅਚਿੰਤ ਹੋ ਜਾਏਗਾ ਤੇ ਸਦਾ ਹੀ ਸੁਖੀ ਜੀਵਨ ਬਤੀਤ ਕਰੇਗਾ। ਸੁੱਖ ਹਮੇਸ਼ਾ ਤੇਰੇ ਨਾਲ ਵਸੇਗਾ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਆਪਣੇ ਮਨ ਦੀਆਂ ਸਾਰੀਆਂ ਚਤੁਰਾਈਆਂ ਛੱਡ ਦੇ, ਸਾਧ ਸੰਗਤ ਦੇ ਵਿੱਚ ਜਾ ਕੇ ਜੋ ਅਸਲੀ ਧਨ ਹੈ, ਪ੍ਰਮਾਤਮਾ ਦਾ ਨਾਮ ਰੂਪੀ ਧਨ, ਉਹ ਇਕੱਠਾ ਕਰ, ਉਹ ਪ੍ਰਾਪਤ ਕਰ। ਹਰ ਪੂੰਜੀ ਸੰਚ ਕਰੋ ਵਿਵਹਾਰ। ਪ੍ਰਮਾਤਮਾ ਦੇ ਨਾਮ ਰੂਪੀ ਰਾਸ ਪੂੰਜੀ ਨੂੰ ਆਪਣੇ ਹਿਰਦੇ ਦੇ ਵਿੱਚ ਸੰਚ ਭਾਵ ਹਿਰਦੇ ਦੇ ਵਿੱਚ ਇਕੱਠਿਆਂ ਕਰ ਤੇ ਇਸੇ ਦਾ ਹੀ ਵਪਾਰ ਕਰ। ਉਹ ਪੂੰਜੀ ਅੱਗੇ ਵੀ ਲੋਕਾਂ ਨੂੰ ਵੰਡ। ਇਹਾ ਸੁਖ ਦਰਗਾਹ ਜੈਕਾਰ। ਇਸ ਪ੍ਰਕਾਰ ਤੂੰ ਇਸ ਜੀਵਨ ਦੇ ਵਿੱਚ ਵੀ ਸੁੱਖ ਪ੍ਰਾਪਤ ਕਰੇਗਾ ਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਏਗੀ, ਤੈਨੂੰ ਆਦਰ ਸਤਿਕਾਰ ਮਿਲੇਗਾ। ਸਰਬ ਨਿਰੰਤਰ ਏਕੋ ਦੇਖ। ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਨਿਰੰਤਰ ਰੂਪ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਦਾ ਪ੍ਰਭਾਵ ਦੇਖ। ਕਹੋ ਨਾਨਕ ਜਾਕੈ ਮਸਤਕ ਲੇਖ। ਪਰ ਹੇ ਨਾਨਕ, ਇਹ ਆਖ ਕਿ ਇਹ ਕਾਰਜ ਉਹੀ ਮਨੁੱਖ ਕਰ ਸਕਦਾ ਹੈ ਜਿਹਦੇ ਮੱਥੇ ਤੇ ਪ੍ਰਮਾਤਮਾ ਨੇ ਇਹ ਕਾਰਜ ਕਰਨ ਦਾ ਲੇਖ ਲਿਖਿਆ ਹੋਵੇ, ਜਿਹਦੇ ਅੰਦਰ ਇਸ ਕਾਰਜ ਨੂੰ ਕਰਨ ਦੀ ਪ੍ਰੇਰਨਾ ਪ੍ਰਮਾਤਮਾ ਖੁਦ ਪੈਦਾ ਕਰੇ। ਏਕੋ ਜਪ
एको सलाहे एक सिमर एको मन आहे। परमात्मा एक है, ਉਹਦੇ ਵਰਗਾ ਤੇ ਉਹਦੇ ਬਰਾਬਰ ਦਾ ਕੋਈ ਦੂਜਾ ਹੋਰ ਨਹੀਂ ਹੈ। ਉਹ ਇੱਕ ਹੀ ਹੈ। ਦੁਨਿਆਵੀ ਭਾਸ਼ਾ ਦੀਆਂ ਆਪਣੀਆਂ ਹੱਦਾਂ ਹਨ। ਉਹਨਾਂ ਹੱਦਾਂ ਦੇ ਵਿੱਚ ਰਹਿੰਦੇ ਹੋਏ ਉਹਨੂੰ ਵੱਖ-ਵੱਖ ਨਾਮਾਂ ਦੇ ਨਾਲ ਪੁਕਾਰਿਆ ਜਾ ਸਕਦਾ ਹੈ, ਪਰ ਹੈ ਉਹ ਇੱਕ ਹੀ। ਇਸ ਗੱਲ ਨੂੰ ਇਸ ਪਦੀ ਦੇ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਉਸ ਪਰਮਾਤਮਾ ਨੂੰ, ਉਸ ਇੱਕ ਪ੍ਰਭੂ ਨੂੰ ਹੀ ਜਪੋ, ਉਸ ਇੱਕ ਪ੍ਰਭੂ ਦੀ ਹੀ ਸਿਫਤ ਸਲਾਹ ਕਰੋ, ਉਸ ਇੱਕ ਦਾ ਹੀ ਨਾਮ ਸਿਮਰੋ ਤੇ ਉਸ ਇੱਕ ਨੂੰ ਹੀ ਆਪਣੇ ਮਨ ਦੇ ਵਿੱਚ ਵਸਾਓ। ਉਸ ਇੱਕ ਨੂੰ ਮਿਲਣ ਦੀ ਤਾਂਘ ਆਪਣੇ ਮਨ ਵਿੱਚ ਰੱਖੋ। ਇਕਸ ਕੇ ਗੁਣ ਗਾਓ ਅਨੰਤ। ਉਹ ਪ੍ਰਭੂ ਇੱਕ ਹੈ, ਪਰ ਉਹਦੇ ਗੁਣ ਅਨੰਤ ਹਨ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ। ਇਸ ਲਈ ਉਸ ਇੱਕ ਪ੍ਰਭੂ ਦੇ ਅਨੰਤ ਗੁਣ ਗਾਓ। ਮਨ ਤਨ ਜਾਪ ਏਕ ਭਗਵੰਤ। ਆਪਣੇ ਮਨ ਨਾਲ ਵੀ ਤੇ ਆਪਣੇ ਤਨ ਨਾਲ ਵੀ ਉਸ ਇੱਕ ਪਰਮਾਤਮਾ ਦੀ ਪੂਜਾ ਕਰੋ। ਏਕੋ ਏਕ ਏਕ ਹਰ ਆਪ। ਪ੍ਰਭੂ ਇੱਕ ਹੀ ਹੈ ਤੇ ਆਪ ਹੀ ਆਪ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਉਹ ਸੰਪੂਰਨ ਵੀ ਹੈ ਤੇ ਸਾਰੀ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵਿਆਪਦਾ ਵੀ ਹੈ, ਮੌਜੂਦ ਵੀ ਹੈ, ਵਸ ਰਿਹਾ ਹੈ। ਅਨਕ ਵਿਸਥਾਰ ਏਕ ਤੇ ਭਏ। ਇਹ ਸ੍ਰਿਸ਼ਟੀ ਦਾ ਇੰਨਾ ਵੱਡਾ ਖਿਲਾਰਾ ਉਸ ਇੱਕ ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ। ਏਕ ਅਰਾਧ ਪ੍ਰਾਸ਼ਤ ਗਏ। ਪ੍ਰਾਸ਼ਤ ਤੋਂ ਭਾਵ ਪਾਪ। ਇਸ ਲਈ ਉਸ ਇੱਕ ਪਰਮਾਤਮਾ ਨੂੰ ਸਿਮਰ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਜਿਸ ਮਨੁੱਖ ਦਾ ਮਨ ਵੀ ਤੇ ਤਨ ਵੀ ਉਸ ਇੱਕ ਪਰਮਾਤਮਾ ਦੀ ਯਾਦ ਵਿੱਚ ਲੱਗਿਆ ਹੋਇਆ ਹੈ, ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ, ਹੇ ਨਾਨਕ ਇਹ ਆਖ ਕਿ ਉਹਦੇ ਉੱਪਰ ਗੁਰੂ ਦੀ ਕਿਰਪਾ ਹੋਈ ਹੈ। ਗੁਰੂ ਦੀ ਕਿਰਪਾ ਦੇ ਨਾਲ ਉਹਨੇ ਉਸ ਇੱਕ ਪਰਮਾਤਮਾ ਨੂੰ ਪਛਾਣ ਲਿਆ ਹੈ। ਅੱਜ ਦੀ ਅਸ਼ਟਪਦੀ ਦੇ ਵਿੱਚ ਜੋ ਸੰਦੇਸ਼ ਪੁਰਜ਼ੋਰ ਰਿਹਾ ਹੈ ਉਹ ਇਹ ਹੈ ਕਿ ਅਸਲੀ ਧਨ ਪਦਾਰਥ ਪਰਮਾਤਮਾ ਦਾ ਨਾਮ ਰੂਪੀ ਧਨ ਪਦਾਰਥ ਹੈ। ਉਹੀ ਧਨ ਪਦਾਰਥ ਹੈ ਜਿਹੜਾ ਸਾਨੂੰ ਅੰਤ ਵੇਲੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ, ਜੋ ਸਾਡਾ ਇਸ ਜਗਤ ਤੋਂ ਰੁਖਸਤ ਹੋਣਾ ਆਸਾਨ ਕਰ ਦਿੰਦਾ ਹੈ। ਤੇ ਜੋ ਧਨ ਪਦਾਰਥ ਅਸੀਂ ਇੱਥੇ ਦੁਨਿਆਵੀ ਧਨ ਪਦਾਰਥ ਜੋ ਇਕੱਠਾ ਕਰਦੇ ਹਾਂ ਉਹ ਸੁਆਹ ਵਰਗਾ ਹੈ, ਅੰਤ ਵੇਲੇ ਸਾਡੇ ਰੱਤੀ ਭਰ ਵੀ ਕੰਮ ਨਹੀਂ ਆਉਂਦਾ। ਸੋ ਆਓ ਗੁਰੂ ਦੇ ਲੜ ਲੱਗੀਏ। ਗੁਰੂ ਦੇ ਲੜ ਲੱਗ ਕੇ ਪਰਮਾਤਮਾ ਦਾ ਨਾਮ ਧਨ ਕਮਾਈਏ, ਆਪ ਵੀ ਕਮਾਈਏ, ਦੂਜਿਆਂ ਨੂੰ ਵੀ ਪ੍ਰੇਰਿਤ ਕਰੀਏ ਕਿ ਉਹ ਪਰਮਾਤਮਾ ਦਾ ਨਾਮ ਧਨ ਕਮਾਉਣ। ਸਿਰਫ ਅੰਤ ਵੇਲੇ ਹੀ ਨਹੀਂ, ਜੇਕਰ ਅਸੀਂ ਪਰਮਾਤਮਾ ਦੇ ਨਾਲ ਸਾਂਝ ਪਾ ਲਈਏ, ਉਸ ਪਰਮਾਤਮਾ ਨੂੰ ਪਛਾਣ ਲਈਏ, ਸਾਡਾ ਸਾਰਾ ਜੀਵਨ ਹੀ ਸੁਖਾਲਾ ਹੋ ਜਾਂਦਾ ਹੈ। ਕੁਛ ਵੀ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਡੇ ਜੀਵਨ ਦੇ ਵਿੱਚ ਆ ਜਾਏ, ਅਸੀਂ ਥਿੜਕਦੇ ਨਹੀਂ, ਅਸੀਂ ਅਡੋਲ ਹੀ ਰਹਿੰਦੇ ਹਾਂ। ਇਸੇ ਹੀ ਗੱਲ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।